ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਮੋਦੀ ਸਰਕਾਰ ਦੀ ਫਜੀਅਤ ਹੋ ਰਹੀ ਹੈ। ਕਿਸਾਨਾਂ ਦੇ ਇਸ ਸ਼ਾਂਤੀਮਈ ਅੰਦੋਲਨ ਨੂੰ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਨੇ ਦਬਾਉਣ ਦੀ ਕੋਸ਼ਿਸ਼ ਕੀਤੀ, ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਭਾਰਤੀ ਲੋਕਤੰਤਰ ਦਾ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ। ਪਹਿਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਲੋਕਤੰਤਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਲੋਕਤੰਤਰ ਲੋਕਾਂ ਨੂੰ ਸ਼ਾਂਤੀਪੂਰਵਕ ਵਿਰੋਧ ਦਾ ਹੱਕ ਦਿੰਦਾ ਹੈ, ਨਾ ਕਿ ਉਸ ਦਾ ਦਮਨ ਕਰਦਾ ਹੈ। ਜੋ ਜਸਟਿਨ ਟਰੂਡੋ ਨੇ ਕਿਹਾ, ਉਹਦੇ ਕਈ ਸਾਰੇ ਮੰਤਰੀਆਂ ਨੇ ਵੀ ਬਿਆਨ ਦਿੱਤਾ ਖੇਤੀਬਾੜੀ ਬਿੱਲਾਂ ਦੇ ਉੱਤੇ, ਤੇ ਜਿਸ ਤਰੀਕੇ ਦੇ ਨਾਲ ਇਸ ਦੇਸ਼ ਦੇ ਵਿੱਚ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਗਿਆ, ਉਹਨਾਂ ਦੇ ਉੱਤੇ ਤਸ਼ੱਦਦ ਕੀਤੀ ਗਈ, ਤੇ ਬਹੁਤ ਸਾਰੇ ਉਹਦੇ ਜਿਹੜੇ ਕੈਨੇਡਾ ਦੇ ਮੰਤਰੀ ਹੈ ਉਹਨਾਂ ਨੇ ਵੀ ਬਿਆਨ ਦਿੱਤਾ। ਜਿਹੜੇ ਉੱਥੋਂ ਦੇ MP ਹੈ, ਮੈਂਬਰ ਆਫ ਪਾਰਲੀਮੈਂਟ ਹੈ, ਉਹਨਾਂ ਨੇ ਵੀ ਬਿਆਨ ਦਿੱਤਾ। ਇਹਦੇ ਨਾਲ ਜਿਹੜਾ ਹੈ ਭਾਰਤ ਸਰਕਾਰ ਦੇ ਅੰਦਰ ਖਲਬਲੀ ਮੱਚੀ ਹੋਈ ਹੈ। ਭਾਰਤ ਸਰਕਾਰ ਨੂੰ ਇਹ ਸੱਚ, ਇਹ ਜਿਹੜਾ ਆਇਨਾ ਦਿਖਾ ਦਿੱਤਾ ਉਹਨਾਂ ਨੇ, ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਤੇ ਕੈਨੇਡਾ ਦਾ ਭਾਰਤ ਸਰਕਾਰ ਦੇ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਕਿਸ ਦਾ ਵਿਰੋਧ ਕਰੇਗੀ? ਮੋਦੀ ਸਰਕਾਰ ਦੀਆਂ ਇਹ ਜੋ ਦਮਨਕਾਰੀ ਨੀਤੀਆਂ ਹੈ, ਇਹ ਪੂਰੀ ਦੁਨੀਆ ਦੇ ਸਾਹਮਣੇ ਆ ਗਈਆਂ। ਪਹਿਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਲੋਕਤੰਤਰ ਦਾ ਜਿਹੜਾ ਉਹ ਪਾਜ ਉਧੇੜ ਕੇ ਰੱਖ ਦਿੱਤਾ, ਭਾਰਤੀ ਲੋਕਤੰਤਰ ਦਾ ਚਿਹਰਾ ਨੰਗਾ ਕਰ ਦਿੱਤਾ। ਤੇ ਹੁਣ ਅਮਰੀਕਾ ਦੀ ਨਵੀਂ ਚੁਣੀ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੋਦੀ ਸਰਕਾਰ ਨੂੰ ਲਤਾੜ ਲਗਾਈ ਹੈ, ਕੜੇ ਸ਼ਬਦਾਂ ਦੇ ਵਿੱਚ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ। ਅਮਰੀਕਾ ਦੀ ਨਵੀਂ ਚੁਣੀ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਤੇ ਅਥਰੂ ਗੈਸ ਛੱਡਣ ਦੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਮੋਦੀ ਸਰਕਾਰ ਦੀ ਨਿੰਦਾ ਕਰਦੀ ਹਾਂ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਭਾਰਤ ਸਰਕਾਰ ਵੱਲੋਂ ਕੀਤੇ ਦਮਨ ਨੂੰ ਦੇਖ ਕੇ ਅਸੀਂ ਬੜੇ ਹੈਰਾਨ ਹਾਂ। ਇੰਟਰਨੈਸ਼ਨਲ ਵਰਲਡ ਜਿਹੜਾ ਹੈ ਇਸ ਦੇ ਉੱਤੇ ਹੈਰਾਨ ਹੋ ਰਿਹਾ ਹੈ ਕਿ ਇੰਨਾ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਕਰ ਰਹੇ ਹੈ, ਔਰ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਸਰਦੀ ਦੇ ਵਿੱਚ ਠੰਡੇ ਪਾਣੀ ਦੀਆਂ ਬੁਛਾੜਾਂ ਮਾਰਨਾ, ਉਹਨਾਂ ਦੇ ਉੱਤੇ ਆਂਸੂ ਗੈਸ ਦੇ ਗੋਲੇ ਸੁੱਟਣਾ, ਉਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ, ਉਹਨਾਂ ਦਾ ਰਸਤਾ ਰੋਕਣਾ, ਵੱਡੇ ਜਿਹੜੇ ਅੱਗੇ ਓਬਸਟੈਕਲ ਖੜੇ ਕਰ ਦੇਣਾ, ਹਾਈਵੇ ਨੂੰ ਪੁੱਟ ਦੇਣਾ, ਹਾਈਵੇ ਦੇ ਉੱਤੇ ਮਿੱਟੀ ਸੁੱਟ ਦੇਣਾ। ਇਹ ਜਿਹੜਾ ਹੈ ਇਹਦੇ ਉੱਤੋਂ ਪੂਰਾ ਇੰਟਰਨੈਸ਼ਨਲ ਜਿਹੜਾ ਵਰਲਡ ਹੈ ਉਹ ਹੈਰਾਨ ਹੋ ਰਿਹਾ ਹੈ। ਤੇ ਇਹ ਅਮਰੀਕਾ ਦੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਜਿਹੜਾ ਹੈ ਬੜੇ ਹੈਰਾਨ ਹਾਂ ਜਿਸ ਤਰੀਕੇ ਦੇ ਨਾਲ ਭਾਰਤ ਵਿੱਚ ਇਹ ਸਭ ਚੱਲ ਰਿਹਾ ਹੈ। ਕਮਲਾ ਹੈਰਿਸ ਨੇ ਇਹ ਵੀ ਕਿਹਾ ਕਿ ਕਿਸਾਨਾਂ ਤੇ ਸਰਕਾਰੀ ਜ਼ੁਲਮ, ਉਸਨੇ ਬੋਲਿਆ ਕਿ ਕਿਸਾਨਾਂ ਦੇ ਉੱਤੇ ਇਹ ਸਰਕਾਰੀ ਜ਼ੁਲਮ ਕੀਤਾ ਗਿਆ ਹੈ ਤੇ ਇਹ ਸਰਕਾਰੀ ਜ਼ੁਲਮ ਕਿਸਾਨਾਂ ਦੇ ਜੀਵਨ ਨੂੰ ਖਤਰੇ ਵਿੱਚ ਪਾ ਰਿਹਾ ਹੈ। 2 ਕਿਸਾਨਾਂ ਦੀ ਡੈਥ ਹੋ ਗਈ, ਉਹਨਾਂ ਦੇ ਉੱਤੇ ਠੰਡੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਉਹਨਾਂ ਨੂੰ ਸਰਦੀ ਲੱਗ ਗਈ, ਜਿਹਦੇ ਕਰਕੇ ਉਹਨਾਂ ਕਿਸਾਨਾਂ ਦੀ ਡੈਥ ਹੋ ਗਈ। ਇਸ ਸਰਕਾਰ ਦੇ ਉੱਤੇ ਮਰਡਰ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਇਸ ਸਰਕਾਰ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਇਹ ਡੈਥ ਹੋਈ ਹੈ। ਉਸਨੇ ਇਹ ਵੀ ਕਿਹਾ ਕਿ ਜਿਵੇਂ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਤੇ ਅਥਰੂ ਗੈਸ ਛੱਡੀ ਗਈ, ਇਹ ਬੇਹੱਦ ਦੁਖਦਾਈ ਹੈ। ਉਹਨਾਂ ਨੇ ਇੰਨਾ ਸਾਰੀ ਜਿਹੜੀ ਹੈ ਸੰਵੇਦਨਾ ਕੀਤੀ ਹੈ, ਔਰ ਇਹ ਲੋਕ ਕਿਸ ਤਰ੍ਹਾਂ ਦੇ ਜਿਹੜੇ ਹੈ ਲੋਕ ਹੈ, ਇਹ ਲੋਕ ਪੱਥਰ ਦਿਲ ਦੇ ਹੈ ਕਿ ਜਿਨ੍ਹਾਂ ਨੇ ਜਿਹੜਾ ਹੈ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਕੀਤਾ ਹੈ। ਔਰ ਹੁਣ ਵੀ ਉਹਨਾਂ ਦੀ ਜਿਹੜੀ ਹੈ ਤੁਰੰਤ ਇਹਨਾਂ ਨੂੰ ਸਮੱਸਿਆ ਸੋਲਵ ਕਰਨੀ ਚਾਹੀਦੀ ਸੀ, ਜਦੋਂ ਕਿ ਅਜੇ ਤੱਕ ਵੀ ਉਸ ਨੂੰ ਜਿਹੜਾ ਹੈ ਲਮਕਾਈ ਜਾ ਰਹੇ ਹਨ, ਇਸ ਅੰਦੋਲਨ ਨੂੰ ਜਿਹੜਾ ਹੈ ਲੰਬਾ ਖਿੱਚ ਰਹੇ ਹਨ ਕਿ ਕਿਸੇ ਤਰੀਕੇ ਦੇ ਨਾਲ ਇਹ ਸਭ ਜਿਹੜਾ ਹੈ ਟਲ ਜਾਏ। ਜਦੋਂ ਕਿ ਇਹ ਜਿਹੜੇ ਬਿੱਲ ਹੈ, ਇਹ ਕਾਨੂੰਨ ਹੈ, ਇਹਨਾਂ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਵੀ ਨਹੀਂ ਹੈ, ਜ਼ੀਰੋ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਕਿਸਾਨਾਂ ਦੇ ਵੀ ਪੂਰੀ ਤਰ੍ਹਾਂ ਵਿਰੋਧ ਦੇ ਵਿੱਚ ਹਨ। ਜਦੋਂ ਇਹ ਕਾਨੂੰਨ ਅੱਜ ਤੱਕ ਆਰਡੀਨੈਂਸ ਆਇਆ ਸੀ, ਮੈਂ ਉਸ ਸਮੇਂ ਜਿਹੜਾ ਹੈ ਵੀਡੀਓ ਪਾ ਕੇ ਸਾਰਾ ਜਿਹੜਾ ਦੱਸਿਆ ਸੀ, ਉਸ ਸਮੇਂ ਜਿਹੜਾ ਹੈ ਕੋਈ ਵਿਰੋਧ ਨਹੀਂ ਹੋ ਰਿਹਾ ਸੀ। ਤੇ ਇਹ ਬੜੀ ਚੰਗੀ ਗੱਲ ਕੀਤੀ ਕਿ ਕਿਸਾਨਾਂ ਨੇ ਇਸ ਜਿਹੜਾ ਇਹਨਾਂ ਨੂੰ ਬਹੁਤ ਗੋ ਥਰੂ ਗਏ, ਇਹਨਾਂ ਨੂੰ ਸਮਝਿਆ, ਇਹਨਾਂ ਬਿੱਲਾਂ ਨੂੰ, ਇਹਨਾਂ ਕਾਨੂੰਨਾਂ ਨੂੰ ਸਮਝਿਆ ਤੇ ਇਹਨਾਂ ਦਾ ਵਿਰੋਧ ਕਰ ਰਹੇ ਹਨ। ਨਹੀਂ ਤੇ ਇੱਕ ਨਾ ਇੱਕ ਦਿਨ ਜਿਹੜੀਆਂ ਹੈ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਹੈ ਉਹਨਾਂ ਦੇ ਹੱਥੋਂ ਖੁੱਸ ਜਾਣਗੀਆਂ। ਇਸ ਲਈ ਕਰਕੇ ਕਿ ਇਹ ਜਿਹੜੇ ਕਾਨੂੰਨ ਵਾਪਸ ਜਿਹੜੇ ਹੈ ਕਰਵਾਉਣੇ ਇੰਨੇ ਜ਼ਰੂਰੀ ਹਨ। ਤੇ
ਕਮਲਾ ਹੈਰਿਸ ਨੇ ਜਿਹੜਾ ਹੈ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੀ ਜੋ ਵੀ ਸਮੱਸਿਆ ਹੈ ਉਸ ਨੂੰ ਤੁਰੰਤ ਉਸ ਨੂੰ ਹੱਲ ਕਰਨਾ ਚਾਹੀਦਾ ਹੈ, ਉਹਨਾਂ ਦੀ ਸਮੱਸਿਆ ਨੂੰ ਦੂਰ ਕਰਨੀ ਚਾਹੀਦੀ। 3 ਦਸੰਬਰ ਨੂੰ ਜਿਹੜੀ ਕਿਸਾਨਾਂ ਤੇ ਸਰਕਾਰ ਦੇ ਵਿੱਚ ਮੀਟਿੰਗ ਹੋਈ ਹੈ, ਬੇਸ਼ੱਕ ਉਸ ਦਿਨ ਇਹ ਬੇਨਤੀਜਾ ਰਹੀ ਹੈ, ਪਰ ਇਹਦੇ ਵਿੱਚ ਕਿਸਾਨਾਂ ਨੇ ਸਰਕਾਰ ਨੂੰ ਪੂਰੀ ਤਰ੍ਹਾਂ ਅਹਿਸਾਸ ਕਰ ਦਿੱਤਾ ਕਿ ਇਹ ਬਿੱਲ ਗਲਤ ਹਨ ਤੇ ਸਰਕਾਰ ਜਿਹੜੀ ਹੈ ਉਹ ਬੈਕਫੁੱਟ ਤੇ ਆ ਚੁੱਕੀ ਹੈ ਤੇ ਉਹਨਾਂ ਨੇ ਜਿਹੜਾ ਹੈ ਇਹਦੇ ਵਿੱਚ ਅਮੈਂਡਮੈਂਟ ਕਰਨ ਵਾਸਤੇ ਇਹ ਮੰਨ ਵੀ ਲਿਆ ਹੈ। ਕਿਸਾਨ ਅਮੈਂਡਮੈਂਟ ਨਹੀਂ ਚਾਹੁੰਦੇ, ਕਿਸਾਨ ਚਾਹੁੰਦੇ ਹਨ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਹੈ ਉਹ ਬਹੁਤ ਕਲੀਅਰਲੀ ਜਿਹੜਾ ਹੈ ਉਹ ਸਰਕਾਰ ਦੇ ਸਾਹਮਣੇ ਰੱਖ ਦਿੱਤੀਆਂ। ਉਹ ਚਾਹੁੰਦੇ ਹਨ ਕਿ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣ, MSP ਤੇ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣੇ। ਅਗਲੀ ਉਹਨਾਂ ਦੀ ਇਹ ਡਿਮਾਂਡ ਹੈ ਕਿ MSP ਫਿਕਸ ਕਰਨ ਲਈ ਸਵਾਮੀਨਾਥਨ ਕਮੇਟੀ ਦਾ ਫਾਰਮੂਲਾ ਲਾਗੂ ਕੀਤਾ ਜਾਵੇ। ਪਰਾਲੀ ਸਾੜਨ ਦੇ ਉੱਤੇ ਜਿਹੜੇ ਮੁਕੱਦਮੇ ਦਰਜ ਕਰਨ ਦਾ ਕਾਨੂੰਨ ਜਿਹੜਾ ਬਣਾਇਆ ਸੀ, 1 ਕਰੋੜ ਰੁਪਏ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ, ਉਹਨਾਂ ਨੇ ਕਿਹਾ ਕਿ ਇਸ ਨੂੰ ਤੁਰੰਤ ਜਿਹੜਾ ਹੈ ਰੱਦ ਕੀਤਾ ਜਾਵੇ। ਉਹਨਾਂ ਨੇ ਇਹ ਵੀ ਡਿਮਾਂਡ ਰੱਖ ਦਿੱਤੀ ਹੈ ਕਿ ਖੇਤੀ ਲਈ ਜਿਹੜਾ ਡੀਜ਼ਲ ਹੈ ਉਹ ਅੱਧੇ ਮੁੱਲ ਦੇ ਉੱਤੇ ਮਿਲੇ। ਜਿਹੜਾ ਬਿਜਲੀ ਸੋਧ ਬਿੱਲ ਹੈ ਸਰਕਾਰ ਲੈ ਕੇ ਆਉਣ ਵਾਲੀ ਹੈ, ਉਹਨਾਂ ਨੇ ਕਿਹਾ ਕਿ ਇਹ ਬਿੱਲ ਨਹੀਂ ਆਉਣਾ ਚਾਹੀਦਾ ਤੇ ਜਿੰਨੇ ਵੀ ਮੁਕੱਦਮੇ ਦਰਜ ਕੀਤੇ ਹੈ ਕਿਸਾਨਾਂ ਦੇ ਉੱਤੇ ਇਸ ਜਿਹੜਾ ਅੰਦੋਲਨ ਦੇ ਦੌਰਾਨ, ਉਹਨਾਂ ਨੂੰ ਤੁਰੰਤ ਵਾਪਸ ਲੈ ਜਾਣ। ਕਿਸਾਨਾਂ ਨੇ ਇਹ ਆਪਣੀਆਂ ਮੰਗਾਂ ਜਿਹੜੀਆਂ ਹੈ ਕਲੀਅਰਲੀ ਸਰਕਾਰ ਦੇ ਸਾਹਮਣੇ ਰੱਖ ਦਿੱਤੀਆਂ ਤੇ 5 ਦਸੰਬਰ ਨੂੰ ਜਿਹੜੀ ਹੁਣ ਮੀਟਿੰਗ ਹੋਣੀ ਹੈ ਉਹ ਮੀਟਿੰਗ ਸ਼ਾਇਦ ਆਖਰੀ ਮੀਟਿੰਗ ਹੋਏਗੀ। ਸਰਕਾਰ ਨੂੰ ਇਹਦੇ ਵਿੱਚ ਜਿਹੜਾ ਹੈ ਕੋਈ ਨਾ ਕੋਈ ਜਿਹੜਾ ਹੱਲ ਹੈ ਉਹ ਦੇਣਾ ਹੀ ਪਏਗਾ, ਕਿਉਂਕਿ ਹੁਣ ਜਿਹੜਾ ਹੈ ਇੰਟਰਨੈਸ਼ਨਲ ਜਿਹੜਾ ਵਰਲਡ ਹੈ, ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਜਿਹੜਾ ਹੈ ਉਹ ਮੋਦੀ ਸਰਕਾਰ ਦੇ ਉੱਤੇ ਉਹਨਾਂ ਦਾ ਵੀ ਬਹੁਤ ਪ੍ਰੈਸ਼ਰ ਹੈ ਤੇ ਦਿੱਲੀ ਦੀ ਪੂਰੀ ਤਰ੍ਹਾਂ ਕਿਸਾਨਾਂ ਨੇ ਘੇਰਾਬੰਦੀ ਕਰ ਲਈ ਹੈ, ਜਿਹਦੇ ਕਰਕੇ ਸਰਕਾਰ ਹੁਣ ਪੂਰੀ ਤਰ੍ਹਾਂ ਬੈਕਫੁੱਟ ਦੇ ਉੱਤੇ ਹੈ ਤੇ ਜਿੱਤ ਜਿਹੜੀ ਹੈ ਉਹ ਹਮੇਸ਼ਾ ਜਿਹੜੀ ਹੈ ਖਾਲਸੇ ਦੀ ਹੁੰਦੀ ਹੈ। ਪੰਜਾਬ ਦੇ ਕਿਸਾਨ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਹਨ, ਜਿਹਦੇ ਨਾਲ ਹੁਣ ਪੂਰੇ ਜਿਹੜੇ ਹੈ ਦੇਸ਼ ਦੇ ਕਿਸਾਨ ਜਿਹੜੇ ਹੈ ਉਹ ਜੁੜ ਚੁੱਕੇ ਹਨ ਤੇ ਫਤਿਹ ਜਿਹੜੀ ਹੈ ਉਹ ਜ਼ਰੂਰ ਜਿਹੜੀ ਹੈ ਕਿਸਾਨਾਂ ਦੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।